अमृत छाड़ बिखै बिख खाई, माया मोह परम पै भूले, सुत दारा से उन एक उत्तम पंथ सुण्यो गुर संगत, तेहे मिलंत जम त्रास मिटाई। एक अरदास पाठ कीरत की, गुर रामदास राखो सरना। एक अरदास पाठ कीरत की, गुर रामदास राखो सरनाई। सो कहो टल गुर सेविया, अहनस सहज दर्शन परसिया। गुरु का जन्म मरण दुख, होवै सिफत खसामदी। नूर अरसह कुरसह, तुदरिठे सच्चे पातशाह। मल जन्म जन्म दी सजाना सच्चा पातशाह। सिर साहांदा जिस पास बैठिया सोहिया, सबना दा सजाना सच्चा पातशाह। सिर साहांदा जिस पास बैठिया सोहिया, सबना दा वेसा हो। सतनाम श्री वाहेगुरु साहिब जी। सोरठ महला पहला, घर पहला अष्टपदिया चौतुकी। एक ओंकार सतगुर प्रसाद। दुबदा ना पढ़ो हर बिन होर ना पूजा, मड़ा मसान ना जाए। तृष्णा राज ना पर घर जावा, तृष्णा नाम बुझाई। दुबदा ना पढ़ो हर बिन होर ना पूजा, मड़ा मसान ना जाए। तृष्णा रात न पर कर जावा, तृष्णा नाम बुझाई। घर भीतर घर गुरु दिखाया, सहज रते मन पाए। तू आपे दाना आपे बीना, तू देव है मत साई। मन बैराग रतो बैरागी, शब्द मन भेदिया मेरी माई। अंतर जोत निरंतर बाणी, साचे साहिब स्यान ले बलाई। और
असंख बैरागी कहे बैरागा। सो बैरागी जे खसम पावै। ਹਿਰਦਾ ਸ਼ਬਦ ਸਦਾ ਭੈ ਰਚਿਆ। ਗੁਰ ਕੀ ਕਾਰ ਕਮਾਵੈ। ਏਕੋ ਚੇਤਾ ਮਨੁਆ ਨਾ ਡੋਲਾ। ਧਾਵਤ ਵਰਜ ਰਹਾਵੈ। ਸਹਜੇ ਮਾਤਾ ਸਦਾ ਰੰਗ ਰਾਤਾ। ਸਾਚੇ ਕੇ ਗੁਣ ਗਾਵੈ। ਮਨੁਆ ਪਉਣ ਬਿੰਦ ਸੁਖ ਵਾਸੀ। ਨਾਮ ਵਸੈ ਸੁਖ ਪਾਈ। ਜਿਹਵਾ ਨੇਤਰ ਸੋਤਰ ਸਚ ਰਾਤੇ। ਜਰਨ ਬੂਝੀ ਤੁਝੈ ਬੁਝਾਈ। ਆਸ ਨਿਰਾਸ ਰਹਾ ਬੈਰਾਗੀ। ਨਿਜ ਘਰ ਤਾੜੀ ਲਾਈ। ਤਿਖਿਆ ਨਾਮ ਰਜੇ ਸੰਤੋਖੀ। ਅੰਮ੍ਰਿਤ ਸਹਜ ਪੀਆਈ। ਦੁਬਦਾ ਵਿੱਚ ਬੈਰਾਗ ਨ ਹੋਵੇ। ਜਬ ਲਾਗਾ ਦੂਜੀ ਰਾਈ। ਸਭ ਜਗ ਤੇਰਾ ਤੂੰ ਏਕੋ ਦਾਤਾ। ਅਵਰ ਨ ਦੂਜਾ ਭਾਈ। ਮਾਨਵ ਖੁਜਾਨਤਾ ਦੁਖ ਸਦਾ ਨਿਵਾਸੀ। ਗੁਰਮੁਖ ਦੇ ਵਡਿਆਈ। ਅਪਰ ਅਪਾਰ ਅਗੰਮ ਅਗੋਚਰਾ। ਕਹਿਣ ਕੀਮ ਨਾ ਪਾਈ। ਸੁਨ ਸਮਾਦ ਮਹਾ ਪਰਮਾਰਥ। ਤੀਨ ਭਵਨ ਪਤ ਨਾਮੰ। ਮਸਤਕ ਲੇਖ ਜੀਆ ਜਗ ਜੋਨੀ। ਸੇਰਾ ਸੇਰਾ ਲੇਖ ਸਹਾਮੰ। ਕਰਮ ਸੁਕਰਮ ਕਰਾਏ ਆਪੇ। ਆਪੇ ਭਗਤ ਦ੍ਰਿੜਾਮੰ। ਮਨਮੁਖ ਝੂਠ ਲਹ ਭੈ ਮਾਨੰ। ਆਪੇ ਗਿਆਨ ਅਗਾਮੰ। ਜਨ ਚਾਖਿਆ ਸੇ ਸਾਧ ਜਾਣਨ। ਜਿਉ ਗੂੰਗੇ ਮਠਿਆਈ। ਅਕਥਾ ਕਾ ਕਿਆ ਕਥਿਆ ਭਾਈ। ਚਾਲੋ ਸਦਾ ਰਜਾਈ। ਗੁਰਦਾਤਾ ਮੇਲੇ ਤਾਂ ਮਤ ਹੋਵਾ। ਨਿਗੋਰੇ ਮਤ ਨਾ ਕਾਈ। ਜਿਉ ਚਲਾਈ ਤਿਉ ਚਾਲਹ ਭਾਈ। ਹੋਰ ਕਿਆ ਕੋ ਕਰੇ ਚਤੁਰਾਈ। ਇੱਕ ਭਰਮ ਭੁਲਾਏ ਇੱਕ ਭਗਤੀ ਰਾਤੇ। ਤੇਰਾ ਖੇਲ ਅਪਾਰਾ। ਜੁਤ ਜਿਤ ਤੁਧ ਲਾਏ ਤੇਹਾ ਫਲ ਪਾਇਆ। ਤੂੰ ਹੁਕਮ ਚਲਾਵਣ ਹਾਰਾ। ਸੇਵਾ ਕਰੀ ਜੇ ਕਿਛ ਹੋਵਾ ਆਪਣਾ। ਜੀਉ ਪਿੰਡ ਤੁਮਾਰਾ।
ਸਤਿਗੁਰ ਮਿਲਿਆ ਕਿਰਪਾ ਕੀਨੀ, ਅੰਮ੍ਰਿਤ ਨਾਮ ਆਧਾਰਾ। ਗਗਨ ਅੰਤਰ ਵਾਸਿਆ ਗੁਣ ਪ੍ਰਗਾਸਿਆ, ਗੁਣ ਮਹਿ ਗਿਆਨ ਧਿਆਨੰ। ਨਾਮ ਮਨ ਭਾਵੈ ਕਹੈ ਕਹਾਵੈ, ਤਤ ਤਤ ਵਖਾਨੰ। ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਬਿਨ ਸ਼ਬਦਾ ਜਗ ਬੌਰਾਨੰ। ਪੂਰਾ ਬੈਰਾਗੀ ਸਹਿਜ ਸੁਭਾਗੇ, ਸਚ ਨਾਨਕ ਮਨ ਮਾਨੰ। ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਬਿਨ ਸ਼ਬਦਾ ਜਗ ਬੌਰਾਨੰ। ਪੂਰਾ ਬੈਰਾਗੀ ਸਹਿਜ ਸੁਭਾਗੇ, ਸਚ ਨਾਨਕ ਮਨ ਮਾਨੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪਹਿਲਾ, ਘਰ ਪਹਿਲਾ, ਅਸ਼ਟਪਦੀਆ ਜਾਉ ਤੁਕੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਦੁਬਿਧਾ ਨਾ ਪੜੋ ਹਰ ਬਿਨ ਹੋਰ ਨਾ ਪੂਜੋ, ਮੜੈ ਮਸਾਣ ਨਾ ਜਾਈ। ਤ੍ਰਿਸ਼ਨਾ ਰਾਚ ਨਾ ਪਰ ਕਰ ਜਾਵਾ, ਤ੍ਰਿਸ਼ਨਾ ਨਾਮ ਬੁਝਾਈ। ਰਾਗ ਸੋਠੀ ਘਰ ਪਹਿਲੇ ਵਿੱਚ ਗੁਰੂ ਨਾਨਕ ਦੇਵ ਜੀ ਦੀ 8 ਬੰਦਾਂ ਵਾਲੀ 4 ਤੁਕੀ ਬਾਣੀ। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਮੈਂ ਪਰਮਾਤਮਾ ਤੋਂ ਬਿਨਾਂ ਕਿਸੇ ਹੋਰ ਆਸਰੇ ਦੀ ਪਾਲ ਵਿੱਚ ਨਹੀਂ ਪੈਂਦਾ। ਮੈਂ ਪ੍ਰਭੂ ਤੋਂ ਬਿਨਾਂ ਕਿਸੇ ਹੋਰ ਨੂੰ ਨਹੀਂ ਪੁੱਛਦਾ। ਮੈਂ ਕਿਤੇ ਸਮਾਧਾਂ ਤੇ ਮਸਾਣਾਂ ਵਿੱਚ ਵੀ ਨਹੀਂ ਜਾਂਦਾ। ਮਾਇਆ ਦੀ ਤ੍ਰਿਸ਼ਨਾ ਵਿੱਚ ਫਸ ਕੇ ਮੈਂ ਪਰਮਾਤਮਾ ਦੇ ਦਰ ਤੋਂ ਬਿਨਾਂ ਕਿਸੇ ਹੋਰ ਘਰ ਵਿੱਚ ਨਹੀਂ ਜਾਂਦਾ। ਮੇਰੀ ਮਾਇਕ ਤ੍ਰਿਸ਼ਨਾ ਪਰਮਾਤਮਾ ਦੇ ਨਾਮ ਨੇ ਮਿਟਾ ਦਿੱਤੀ ਹੈ। ਗੁਰੂ ਨੇ ਮੈਨੂੰ ਮੇਰੇ ਹਿਰਦੇ ਵਿੱਚ ਹੀ ਪਰਮਾਤਮਾ ਦਾ ਨਿਵਾਸ ਸਥਾਨ ਵਿਖਾ ਦਿੱਤਾ ਹੈ ਅਤੇ ਅਡੋਲ ਅਵਸਥਾ ਵਿੱਚ ਰਤੇ ਹੋਏ ਮੇਰੇ ਮਨ ਨੂੰ ਉਹ ਸਹਿਜ ਅਵਸਥਾ ਚੰਗੀ ਲੱਗ ਰਹੀ ਹੈ। ਹੇ ਮੇਰੇ ਸਾਈਂ, ਇਹ ਸਭ ਤੇਰੀ ਹੀ ਮਿਹਰ ਹੈ। ਤੂੰ ਆਪ ਹੀ ਮੇਰੇ ਦਿਲ ਦੀ ਜਾਣਨ ਵਾਲਾ ਹੈ, ਆਪ ਹੀ ਪਛਾਣਨ ਵਾਲਾ ਹੈ। ਤੂੰ ਆਪ ਹੀ ਮੈਨੂੰ ਚੰਗੀ ਮੱਤ ਦਿੰਦਾ ਹੈ, ਜਿਸ ਕਰਕੇ ਤੇਰਾ ਦਰ ਛੱਡ ਕੇ ਹੋਰ ਪਾਸੇ ਨਹੀਂ ਭਟਕਦਾ। ਹੇ ਮੇਰੀ ਮਾਂ, ਮੇਰਾ ਮਨ ਗੁਰੂ ਦੇ ਸ਼ਬਦ ਵਿੱਚ ਵਿੰਝ ਗਿਆ ਹੈ, ਪਰੋਤਾ ਗਿਆ ਹੈ। ਸ਼ਬਦ ਦੀ ਬਰਕਤ ਨਾਲ ਮੇਰੇ ਅੰਦਰ ਪਰਮਾਤਮਾ ਤੋਂ ਵਿਛੋੜੇ ਦਾ ਅਹਿਸਾਸ ਪੈਦਾ ਹੋ ਗਿਆ ਹੈ। ਉਹੀ ਮਨੁੱਖ ਅਸਲ ਤਿਆਗੀ ਹੈ, ਜਿਸ ਦਾ ਮਨ ਪਰਮਾਤਮਾ ਦੇ ਬਿਰੋਹ ਰੰਗ ਵਿੱਚ ਰੰਗਿਆ ਗਿਆ ਹੈ। ਉਸ ਬੈਰਾਗੀ ਦੇ ਅੰਦਰ ਪ੍ਰਭੂ ਦੀ ਜੋਤ ਜਗ ਪੈਂਦੀ ਹੈ। ਉਹ ਇੱਕ ਰਸ ਸਿਫਤ ਸਲਾਹ ਦੀ ਬਾਣੀ ਵਿੱਚ ਮਸਤ ਰਹਿੰਦਾ ਹੈ। ਸਦਾ ਕਾਇਮ ਰਹਿਣ ਵਾਸਤੇ ਮਾਲਕ ਪ੍ਰਭੂ ਦੇ ਚਰਨਾਂ ਵਿੱਚ ਉਸ ਦੀ ਸੁਰਤ ਜੁੜੀ ਰਹਿੰਦੀ ਹੈ। ਰਹਾਓ। ਅਨੇਕਾਂ ਹੀ ਵੈਰਾਗੀ ਵੈਰਾਗ ਦੀਆਂ ਗੱਲਾਂ ਕਰਦੇ ਹਨ, ਪਰ ਅਸਲ ਵੈਰਾਗ ਉਹ ਹੈ ਜੋ ਪਰਮਾਤਮਾ ਦੇ ਬਿਰਹੋ ਰੰਗ ਵਿੱਚ ਇਤਨਾ ਰੰਗਿਆ ਹੋਇਆ ਹੈ ਕਿ ਉਹ ਖਸਮ ਪ੍ਰਭੂ ਨੂੰ ਪਿਆਰਾ ਲੱਗਦਾ ਹੈ। ਉਹ ਗੁਰੂ ਦੇ ਸ਼ਬਦੀ ਰਾਹੀਂ ਆਪਣੇ ਹਿਰਦੇ ਵਿੱਚ ਪਰਮਾਤਮਾ ਦੀ ਯਾਦ ਨੂੰ ਵਸਾਉਂਦਾ ਹੈ ਅਤੇ ਸਦਾ ਪਰਮਾਤਮਾ ਦੇ ਡਰ ਅਦਬ ਵਿੱਚ ਮਸਤ ਰਹਿ ਕੇ ਗੁਰੂ ਦੀ ਦੱਸੀ ਹੋਈ ਕਾਰ ਕਰਦਾ ਹੈ। ਉਹ ਬੈਰਾਗੀ ਸਿਰਫ ਪਰਮਾਤਮਾ ਨੂੰ ਚੇਤਦਾ ਹੈ, ਜਿਸ ਕਰਕੇ ਉਸ ਦਾ ਮਨ ਮਾਇਆ ਵੱਲੋਂ ਨਹੀਂ ਡੋਲਦਾ। ਉਹ ਬੈਰਾਗੀ ਮਾਇਆ ਵੱਲ ਦੌੜਦੇ ਮਨ ਨੂੰ ਰੋਕ ਕੇ ਪ੍ਰਭੂ ਚਰਨਾਂ ਵਿੱਚ ਜੋੜੀ ਰੱਖਦਾ ਹੈ। ਅਡੋਲ ਅਵਸਥਾ ਵਿੱਚ ਮਸਤ ਉਹ ਬੈਰਾਗੀ ਸਦਾ ਪ੍ਰਭੂ ਦੇ ਨਾਮ ਰੰਗ ਵਿੱਚ ਰੰਗਿਆ ਰਹਿੰਦਾ ਹੈ ਅਤੇ ਸਦਾ ਫਿਰ ਪ੍ਰਭੂ ਦੀ ਸਿਫਤ ਸਲਾਹ ਕਰਦਾ ਰਹਿੰਦਾ ਹੈ। ਹੇ ਭਾਈ, ਜਿਸ ਮਨੁੱਖ ਦਾ ਚੰਚਲ ਮਨ ਰਤਾ ਭਰ ਵੀ ਆਤਮਕ ਆਨੰਦ ਵਿੱਚ ਨਿਵਾਸ ਹੋਣ ਵਾਲੇ ਨਾਮ ਵਿੱਚ ਵਸਦਾ ਹੈ, ਉਹ ਮਨੁੱਖ ਅਸਲ ਬੈਰਾਗੀ ਹੈ ਅਤੇ ਉਹ ਬੈਰਾਗੀ
ਆਤਮਕ ਆਨੰਦ ਮਾਣਦਾ ਹੈ। ਹੇ ਪ੍ਰਭੂ, ਤੂੰ ਆਪ ਉਸ ਬੈਰਾਗੀ ਨੂੰ ਜੀਵਨ ਦੇ ਸਹੀ ਰਸਤੇ ਦੀ ਸਮਝ ਦਿੱਤੀ ਹੈ, ਜਿਸ ਦੀ ਬਰਕਤ ਨਾਲ ਉਸ ਦੀ ਤ੍ਰਿਸ਼ਨਾ ਅੱਗ ਬੁਝ ਗਈ ਹੈ ਤੇ ਉਸ ਦੀ ਜੀਭ, ਉਸ ਦੀਆਂ ਅੱਖਾਂ ਆਦਿਕ ਇੰਦਰੇ ਸਦਾ ਥਿਰ ਹਰੀ ਨਾਮ ਵਿੱਚ ਰੰਗੇ ਰਹਿੰਦੇ ਹਨ। ਉਹ ਬੈਰਾਗੀ ਦੁਨੀਆ ਦੀਆਂ ਆਸਾਂ ਤੋਂ ਨਿਰਮੋਹ ਹੋ ਕੇ ਜੀਵਨ ਬਤੀਤ ਕਰਦਾ ਹੈ। ਉਹ ਦੁਨੀਆ ਵੱਲੋਂ ਘਰ ਘਾਟ ਦੀ ਅਪਣਤ ਛੱਡ ਕੇ ਉਸ ਘਰ ਵਿੱਚ ਸੁਰਤ ਜੋੜੀ ਰੱਖਦਾ ਹੈ ਜੋ ਸੱਚਮੁੱਚ ਉਸ ਦਾ ਆਪਣਾ ਹੀ ਰਹੇਗਾ। ਅਜਿਹੇ ਬੈਰਾਗੀ ਗੁਰੂ ਦਰ ਤੋਂ ਮਿਲੀ ਨਾਮ ਭਿਖਿਆ ਨਾਲ ਰੱਜੇ ਰਹਿੰਦੇ ਹਨ, ਸੰਤੋਖੀ ਰਹਿੰਦੇ ਹਨ, ਕਿਉਂਕਿ ਉਹਨਾਂ ਨੂੰ ਗੁਰੂ ਨੇ ਅਡੋਲ ਆਤਮਕ ਅਵਸਥਾ ਵਿੱਚ ਟਿਕਾ ਕੇ ਆਤਮਕ ਜੀਵਨ ਦੇਣ ਵਾਲਾ ਨਾਮ ਰਸ ਪਿਲਾ ਦਿੱਤਾ ਹੈ। ਜਦ ਤੱਕ ਮਨ ਵਿੱਚ ਰਤਾ ਭਰ ਵੀ ਕੋਈ ਹੋਰ ਝਾਕ ਹੈ, ਕਿਸੇ ਹੋਰ ਆਸਰੇ ਦੀ ਭਾਲ ਹੈ, ਤਦ ਤੱਕ ਬਿਰਹੋ ਅਵਸਥਾ ਪੈਦਾ ਨਹੀਂ ਹੋ ਸਕਦੀ। ਪਰ ਹੇ ਪ੍ਰਭੂ, ਇਹ ਬਿਰਹੋ ਦੀ ਦਾਤ ਦੇਣ ਵਾਲਾ ਤੂੰ ਇੱਕ ਆਪ ਹੀ ਹੈ। ਤੈਥੋਂ ਬਿਨਾਂ ਕੋਈ ਹੋਰ ਇਹ ਦਾਤ ਦੇਣ ਵਾਲਾ ਨਹੀਂ ਹੈ ਤੇ ਇਹ ਸਾਰਾ ਜਗਤ ਤੇਰਾ ਆਪਣਾ ਹੀ ਰਚਿਆ ਹੋਇਆ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਸਦਾ ਦੁੱਖ ਵਿੱਚ ਟਿਕੇ ਰਹਿੰਦੇ ਹਨ। ਜਿਹੜੇ ਬੰਦੇ ਗੁਰੂ ਦੀ ਸ਼ਰਨ ਪੈਂਦੇ ਹਨ, ਉਹਨਾਂ ਨੂੰ ਪ੍ਰਭੂ ਨਾਮ ਦੀ ਦਾਤ ਦੇ ਕੇ ਆਦਰ ਮਾਣ ਬਖਸ਼ਦਾ ਹੈ। ਉਸ ਬੇਅੰਤ ਅਪਹੁੰਚ ਤੇ ਅਗੋਚਰ ਪ੍ਰਭੂ ਦੀ ਕੀਮਤ ਜੀਵਾਂ ਦੇ ਬਿਆਨ ਕਰਨ ਨਾਲ ਨਹੀਂ ਦੱਸੀ ਜਾ ਸਕਦੀ। ਉਸ ਦੇ ਬਰਾਬਰ ਦਾ ਹੋਰ ਕੋਈ ਦੱਸਿਆ ਨਹੀਂ ਜਾ ਸਕਦਾ। ਪਰਮਾਤਮਾ ਇੱਕ ਐਸੀ ਆਤਮਕ ਅਵਸਥਾ ਦਾ ਮਾਲਕ ਹੈ ਕਿ ਉਸ ਉੱਤੇ ਮਾਇਆ ਦੇ ਫੁਰਨੇ ਜ਼ੋਰ ਨਹੀਂ ਪਾ ਸਕਦੇ। ਉਹ ਤਿੰਨਾਂ ਹੀ ਭਵਨਾਂ ਦਾ ਮਾਲਕ ਹੈ। ਉਸ ਦਾ ਨਾਮ ਜੀਵਾਂ ਵਾਸਤੇ ਮਹਾਨ ਉੱਚਾ ਸ਼੍ਰੇਸ਼ਟ ਧਨ ਹੈ। ਜਗਤ ਵਿੱਚ ਜਿਤਨੇ ਵੀ ਜੀਵ ਜਨ ਲੈਂਦੇ ਹਨ, ਉਹਨਾਂ ਦੇ ਮੱਥੇ ਉੱਤੇ ਉਹਨਾਂ ਦੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਪਰਮਾਤਮਾ ਦੀ ਰਜ਼ਾ ਵਿੱਚ ਹੀ ਲੇਖ ਲਿਖਿਆ ਜਾਂਦਾ ਹੈ। ਹਰੇਕ ਜੀਵ ਨੂੰ ਆਪੋ ਆਪਣੇ ਸਿਰ ਉੱਤੇ ਲਿਖਿਆ ਲੇਖ ਸਹਿਣਾ ਪੈਂਦਾ ਹੈ। ਪਰਮਾਤਮਾ ਆਪ ਹੀ ਸਾਧਾਰਨ ਕੰਮ ਤੇ ਚੰਗੇ ਕੰਮ ਜੀਵਾਂ ਪਾਸੋਂ ਕਰਾਉਂਦਾ ਹੈ। ਆਪ ਹੀ ਜੀਵਾਂ ਦੇ ਹਿਰਦੇ ਵਿੱਚ ਆਪਣੀ ਭਗਤੀ ਦ੍ਰਿੜ ਕਰਦਾ ਹੈ। ਅਪਹੁੰਚ ਪ੍ਰਭੂ ਆਪ ਹੀ ਜੀਵਾਂ ਨੂੰ ਆਪਣੀ ਡੂੰਘੀ ਸਾਂਝ ਬਖਸ਼ਦਾ ਹੈ। ਸੱਚਾ ਵੈਰਾਗੀ ਪਰਮਾਤਮਾ ਦੇ ਡਰ ਅਦਬ ਵਿੱਚ ਗਿੱਝ ਜਾਂਦਾ ਹੈ। ਉਸ ਦੇ ਮਨ ਵਿੱਚ ਤੇ ਮੂੰਹ ਵਿੱਚ ਪਹਿਲਾਂ ਜੋ ਵੀ ਵਿਕਾਰਾਂ ਦੀ ਨਿੰਦਾ ਆਦਿਕ ਦੀ ਮੈਲ ਹੁੰਦੀ ਹੈ, ਉਹ ਦੂਰ ਹੋ ਜਾਂਦੀ ਹੈ। ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦੇ ਨਾਮ ਦਾ ਰਸ ਚੱਖਿਆ ਹੈ, ਉਸ ਦਾ ਸਵਾਦ ਉਹੀ ਜਾਣਦੇ ਹਨ, ਦੱਸ ਨਹੀਂ ਸਕਦੇ। ਜਿਵੇਂ ਗੂੰਗੇ ਮਨੁੱਖ ਦੀ ਖਾਧੀ ਮਠਿਆਈ ਦਾ ਸਵਾਦ ਗੂੰਗਾ ਆਪ ਹੀ ਜਾਣਦਾ ਹੈ, ਕਿਸੇ ਨੂੰ ਦੱਸ ਨਹੀਂ ਸਕਦਾ। ਹੇ ਭਾਈ, ਨਾਮ ਰਸ ਹੈ ਹੀ ਅਕਥ, ਬਿਆਨ ਨਹੀਂ ਕੀਤਾ ਜਾ ਸਕਦਾ। ਮੈਂ ਤਾਂ ਸਦਾ ਇਹੀ ਤਾਂਘ ਰੱਖਦਾ ਹਾਂ ਕਿ ਮੈਂ ਉਸ ਮਾਲਕ ਪ੍ਰਭੂ ਦੀ ਰਜ਼ਾ ਵਿੱਚ ਤੁਰਾਂ। ਪਰ ਰਜ਼ਾ ਵਿੱਚ ਤੁਰਨ ਦੀ ਸੁਝ ਵੀ ਤਦੋਂ ਹੀ ਆਉਂਦੀ ਹੈ ਜੇ ਗੁਰੂ ਉਸ ਦਾਤਾਰ ਪ੍ਰਭੂ ਨਾਲ ਮਿਲਾ ਦੇਵੇ। ਜਿਹੜਾ ਬੰਦਾ ਗੁਰੂ ਦੀ ਸ਼ਰਨ ਨਹੀਂ ਪਿਆ, ਉਸ ਨੂੰ ਇਹ ਸਮਝ ਰਤਾ ਵੀ ਨਹੀਂ ਆਉਂਦੀ। ਹੇ ਭਾਈ, ਕੋਈ ਆਦਮੀ ਆਪਣੀ ਸਿਆਣਪ ਦਾ ਮਾਣ ਨਹੀਂ ਕਰ ਸਕਦਾ। ਜਿਵੇਂ ਜਿਵੇਂ ਪਰਮਾਤਮਾ ਸਾਨੂੰ ਜੀਵਾਂ ਨੂੰ ਜੀਵਨ ਰਾਹ ਉੱਤੇ ਤੋਰਦਾ ਹੈ, ਤਿਵੇਂ ਤਿਵੇਂ ਹੀ ਅਸੀਂ ਤੁਰਦੇ ਹਾਂ। ਹੇ ਅਪਾਰ ਪ੍ਰਭੂ, ਅਨੇਕਾਂ ਜੀਵ ਭਟਕਣਾ ਵਿੱਚ ਪੈ ਕੇ ਕੁਰਾਏ ਪਏ ਹੋਏ ਹਨ। ਅਨੇਕਾਂ ਜੀਵ ਤੇਰੀ ਭਗਤੀ ਦੇ ਰੰਗ ਵਿੱਚ ਰੰਗੇ ਹੋਏ ਹਨ। ਇਹ ਸਭ ਤੇਰਾ ਖੇਲ ਰਚਿਆ ਹੋਇਆ ਹੈ। ਜਿਸ ਪਾਸੇ ਤੂੰ ਜੀਵਾਂ ਨੂੰ ਲਾਇਆ ਹੋਇਆ ਹੈ, ਉਹ ਜਿਹਾ ਫਲ ਜੀਵ ਭੋਗ ਰਹੇ ਹਨ। ਤੂੰ ਸਭ ਜੀਵਾਂ ਨੂੰ ਆਪਣੇ ਹੁਕਮ ਵਿੱਚ ਚਲਾਉਣ ਦੇ ਸਮਰੱਥ ਹੈ। ਮੇਰੇ ਪਾਸ ਜੇ ਕੋਈ ਚੀਜ਼ ਮੇਰੀ ਆਪਣੀ ਹੋਵੇ ਤਾਂ ਮੈਂ ਇਹ ਆਖਣ ਦਾ ਫਕਰ ਕਰ ਸਕਾਂ ਕਿ ਮੈਂ ਤੇਰੀ ਸੇਵਾ ਕਰ ਰਿਹਾ ਹਾਂ। ਪਰ ਮੇਰੀ ਇਹ ਜਿੰਦ ਤੇਰੀ ਹੀ ਦਿੱਤੀ ਹੋਈ ਹੈ ਤੇ ਮੇਰਾ ਸਰੀਰ ਵੀ ਤੇਰਾ ਹੀ ਦਿੱਤਾ ਹੋਇਆ ਹੈ। ਜੇ ਗੁਰੂ ਮਿਲ ਪਏ ਤਾਂ ਉਹ ਕਿਰਪਾ ਕਰਦਾ ਹੈ ਤੇ ਆਤਮਕ ਜੀਵਨ ਦੇਣ ਵਾਲਾ ਤੇਰਾ ਨਾਮ ਮੈਨੂੰ ਜ਼ਿੰਦਗੀ ਦਾ ਆਸਰਾ ਦਿੰਦਾ ਹੈ। ਜੋ ਮਨੁੱਖ ਸਦਾ ਉੱਚੇ ਆਤਮਕ ਮੰਡਲ ਵਿੱਚ ਵਸਦਾ ਹੈ, ਸੁਰਤ ਟਿਕਾਈ ਰੱਖਦਾ ਹੈ, ਉਸ ਦੇ ਅੰਦਰ ਆਤਮਕ ਗੁਣ ਪ੍ਰਗਟ ਹੁੰਦੇ ਹਨ। ਆਤਮਕ ਗੁਣਾਂ ਨਾਲ ਉਹ ਡੂੰਘੀ ਸਾਂਝ ਪਾਈ ਰੱਖਦਾ ਹੈ। ਆਤਮਕ ਗੁਣਾਂ ਵਿੱਚ ਹੀ ਉਸ ਦੀ ਸੁਰਤ ਜੁੜੀ ਰਹਿੰਦੀ ਹੈ। ਉਹੀ ਮਨੁੱਖ ਪੂਰਨ ਤਿਆਗੀ ਹੈ। ਉਸ ਦੇ ਮਨ ਨੂੰ ਪਰਮਾਤਮਾ ਦਾ ਨਾਮ ਪਿਆਰਾ ਲੱਗਦਾ ਹੈ। ਉਹ ਆਪ ਨਾਮ ਸਿਮਰਦਾ ਹੈ, ਹੋਰਨਾਂ ਨੂੰ ਸਿਮਰਨ ਲਈ ਪ੍ਰੇਰਦਾ ਹੈ। ਉਹ ਸਦਾ ਜਗਤ ਮੂਲ ਪ੍ਰਭੂ ਦੀ ਹੀ ਸਿਫਤ ਸਲਾਹ ਕਰਦਾ ਹੈ। ਗੁਰੂ ਪੀਰ ਦੇ ਸ਼ਬਦ ਨੂੰ ਹਿਰਦੇ ਵਿੱਚ ਟਿਕਾ ਕੇ ਉਹ ਡੂੰਘੇ ਜਿਗਰੇ ਵਾਲਾ ਬਣ ਜਾਂਦਾ ਹੈ। ਪਰ ਗੁਰੂ ਸ਼ਬਦ ਤੋਂ ਖੁੰਝ ਕੇ
ਜਗਤ ਮਾਇਆ ਦੇ ਮੋਹ ਵਿੱਚ ਕਮਲਾ ਹੋਇਆ ਫਿਰਦਾ ਹੈ। ਹੇ ਨਾਨਕ ਜੀ, ਉਹ ਪੂਰਨ ਤਿਆਗੀ ਮਨੁੱਖ ਅਡੋਲ ਆਤਮਕ ਅਵਸਥਾ ਵਿੱਚ ਟਿਕ ਕੇ ਚੰਗੇ ਭਾਗਾਂ ਵਾਲਾ ਬਣ ਜਾਂਦਾ ਹੈ। ਉਸ ਦਾ ਮਨ ਸਦਾ ਸਥਿਰ ਰਹਿਣ ਵਾਲੇ ਪ੍ਰਭੂ ਦੀ ਯਾਦ ਨੂੰ ਹੀ ਆਪਣਾ ਜੀਵਨ ਨਿਸ਼ਾਨਾ ਮੰਨਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।